ਕੁਆਲਿਟੀ ਕੰਟਰੋਲ ਵੱਲ ਕਿੰਨਾ ਕੁ ਧਿਆਨ ਦਿੱਤਾ ਜਾਂਦਾ ਹੈ, ਅੱਜ ਇਸ ਬਾਰੇ ਚਰਚਾ ਕਰਾਂਗੇ। ਤੇ ਖੇਤੀਬਾੜੀ ਵਿਭਾਗ ਵੱਲੋਂ ਇਹਨਾਂ ਨੂੰ ਲਾਗੂ ਕਰਨ ਲਈ ਕੀ ਉਪਰਾਲੇ ਕੀਤੇ ਜਾ ਰਹੇ ਆ, ਇਸ ਬਾਰੇ ਜਾਣਕਾਰੀ ਦੇਣ ਲਈ ਮੇਰੇ ਨਾਲ ਬੈਠੇ ਹਨ ਡਾਕਟਰ ਸੁਤੰਤਰ ਕੁਮਾਰ ਹੈਰੀ, ਜੋ ਕਿ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ, ਖੇਤੀਬਾੜੀ ਵਿਭਾਗ ਸੇਵਾ ਕਰ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਨਾਲ ਇਹਨਾਂ ਨੇ LLB ਹੋਣ ਕਰਕੇ ਸਾਡੇ ਕਈ ਤਰ੍ਹਾਂ ਦੇ ਕੁਆਲਿਟੀ ਕੰਟਰੋਲ ਜਿਹੜੇ ਰੂਲ ਨੇ ਉਹਨਾਂ ਨੂੰ ਲਾਗੂ ਕਰਨ ਵਿੱਚ ਵੀ ਕਾਫੀ ਸਹਾਇਤਾ ਕਰ ਰਹੇ ਨੇ। ਸੋ ਡਾਕਟਰ ਸਾਹਿਬ, ਤੁਹਾਡਾ ਪ੍ਰੋਗਰਾਮ 'ਚ ਆਉਣ 'ਤੇ ਸਵਾਗਤ ਹੈ। ਧੰਨਵਾਦ। ਤੇ ਕਿਸਾਨ ਵੀਰੋ, ਕਿਉਂਕਿ ਇਹ ਪ੍ਰੋਗਰਾਮ ਤੁਹਾਡੇ ਲਈ ਸਿੱਧੇ ਤੌਰ ਤੇ ਲਿਆਂਦਾ ਜਾ ਰਿਹਾ, ਤੁਸੀਂ ਹੈਰੀ ਸਾਹਿਬ ਪਾਸੋਂ ਜ਼ਹਿਰਾਂ ਦੀ ਕੁਆਲਿਟੀ ਕੰਟਰੋਲ ਤੇ ਸੁਰੱਖਿਅਤ ਵਰਤੋਂ ਬਾਰੇ ਕੋਈ ਵੀ ਸਵਾਲ ਕਰ ਸਕਦੇ ਹੋ। ਕਿਰਪਾ ਕਰਕੇ ਸਾਡੇ ਫੋਨ ਨੰਬਰ ਨੋਟ ਕਰੋ 0181 281 42 61। दूसरा नंबर है 0181 281 42 64। ਉਮੀਦ ਕਰਦੇ ਹਾਂ ਕਿ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਏ ਹੋਣਗੇ। ਸਾਨੂੰ ਤੁਹਾਡੀ ਕਾਲ ਦਾ ਇੰਤਜ਼ਾਰ ਰਹੇਗਾ। ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਜਦੋਂ ਜ਼ਹਿਰਾਂ ਤੇ ਸੁਰੱਖਿਅਤ ਵਰਤੋਂ ਜਾਂ ਕੁਆਲਿਟੀ ਕੰਟਰੋਲ ਦੀ ਗੱਲ ਆਉਂਦੀ ਹੈ, ਸਭ ਤੋਂ ਪਹਿਲਾਂ ਕਿਸਾਨ ਭਰਾਵਾਂ ਦੇ ਦਿਮਾਗ 'ਚ ਇਹ ਆਉਂਦਾ ਕਿ ਕੁਆਲਿਟੀ ਕੰਟਰੋਲ ਦੀ ਪਰਿਭਾਸ਼ਾ ਕੀ ਹੈ, ਉਹ ਇਹਦੀ ਇਸ ਵੇਲੇ ਜੋ ਕਿੰਨੀ ਕੁ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਦੇਖੋ, ਕੁਆਲਿਟੀ ਤੋਂ ਭਾਵ ਹੈ ਮਿਆਰੀਕਰਨ। ਜਿੱਦਾਂ ਕਿਸੇ ਜੋ ਵੀ ਅਸੀਂ ਵਸਤ ਵਰਤਦੇ ਹਾਂ ਖੇਤੀ ਦੀ ਪੈਦਾਵਾਰ ਵਧਾਉਣ ਲਈ ਜੀ, ਜੇ ਉਹਦਾ ਮਿਆਰ ਠੀਕ ਹੋਏਗਾ ਫਿਰ ਹੀ ਉਹਦਾ ਅਸਰ ਪੂਰਾ ਹੋਏਗਾ। ਔਰ ਜਿਹਦੇ ਤੋਂ ਅਸੀਂ ਜਿਹੜਾ ਹੈ ਠੀਕ ਅਸਰ, ਜਿਹੜੇ ਨਤੀਜੇ ਜਿਸ ਮੰਤਵ ਲਈ ਉਸ ਇਨਪੁਟ ਨੂੰ ਵਰਤਿਆ ਜਾਣਾ ਹੈ, ਚਾਹੇ ਦਵਾਈ ਹੈ ਜਾਂ ਖਾਦ ਹੈ ਜਾਂ ਬੀਜ ਹੈ, ਜਿਸ ਮੰਤਵ ਲਈ ਅਸੀਂ ਉਹਨੂੰ ਵਰਤਣਾ ਹੈ, ਉਹਦੇ ਤੋਂ ਅਸੀਂ ਪੂਰਾ ਨਤੀਜਾ ਲੈ ਸਕਦੇ ਹਾਂ। ਜੇ ਪੂਰੇ ਸਾਨੂੰ ਰਿਜ਼ਲਟਸ ਠੀਕ ਮਿਲਣਗੇ, ਭਾਵ ਅਸੀਂ ਪੂਰਾ ਉਹਦੇ ਤੋਂ ਲਾਭ ਪ੍ਰਾਪਤ ਕਰ ਸਕਦੇ ਹਾਂ ਔਰ ਆਪਣੀ ਖੇਤੀ ਦੇ ਤੋਂ ਉਪਜ ਜ਼ਿਆਦਾ ਲੈਂਦੇ ਹੋਏ ਆਪਣੀ ਜਿਹੜੀ ਹੈ ਲਾਭਦਾਇਕ ਖੇਤੀ ਜੀ ਉਧਰ ਵੱਲ ਨੂੰ ਚੱਲ ਕੇ ਅਸੀਂ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਜੀ। ਪਰ ਡਾਕਟਰ ਸਾਹਿਬ, ਕੁਆਲਿਟੀ ਕੰਟਰੋਲ ਦੀ ਜਦੋਂ ਗੱਲ ਕਰਦੇ ਹਾਂ, ਇਹ ਰਾਜ ਸਰਕਾਰ ਵੱਲੋਂ ਲਾਗੂ ਕੀਤੀ ਜਾਂਦੀ ਹੈ ਜਾਂ ਮਤਲਬ ਕੇਂਦਰ ਸਰਕਾਰ ਵੱਲੋਂ ਵੀ ਕੋਈ ਉਪਰਾਲੇ ਕੀਤੇ ਜਾ ਰਹੇ ਨੇ? ਦੇਖੋ, ਜਿਹੜਾ ਹੈ ਨਾ, ਜੇ ਐਕਟ ਇਨਸੈਕਟੀਸਾਈਡ ਐਕਟ ਹੈ, ਇਹ ਜਿਹੜਾ 1968 'ਚ ਜਿਹੜਾ ਇਹ ਬਣਿਆ ਸੀਗਾ ਜੀ, ਭਾਰਤ ਸਰਕਾਰ ਵੱਲੋਂ ਆਪਣੀ ਪਾਰਲੀਮੈਂਟ ਨੂੰ ਜਿਸ ਨੂੰ ਜਿਹੜਾ ਐਕਟ ਨੂੰ ਬਣਾਇਆ ਸੀਗਾ। ਔਰ ਉਹਦੇ ਜਿਹੜੇ ਨੇ ਪੂਰੇ ਮੰਤਵ ਇਹੀ ਸੀਗਾ ਵੀ ਅਸੀਂ ਇਹਨੂੰ ਰੈਗੂਲੇਟ ਕਰਨਾ ਹੈ, ਇਹਨੂੰ ਅਸੀਂ ਸਾਰੇ ਸਿਸਟਮ 'ਚ ਲਿਆਉਣਾ ਹੈ। ਮੈਨੂਫੈਕਚਰਿੰਗ ਮਤਲਬ ਇਹਨੂੰ ਤਿਆਰ ਕਰਨਾ ਜੀ, ਕੋਈ ਜਿੰਨੀ ਵੀ ਅਸੀਂ ਕੀੜੇ ਮਾਰ ਦਵਾਈਆਂ ਜਾਂ ਜ਼ਹਿਰਾਂ ਜੋ ਵੀ ਅਸੀਂ ਖੇਤੀ 'ਚ ਵਰਤਣੀਆਂ ਹਨ ਉਹਨਾਂ ਨੂੰ ਤਿਆਰ ਕਰਨਾ। ਇੱਥੋਂ ਤੱਕ ਜੇ ਬਾਹਰੋਂ ਵੀ ਮੰਗਾਉਣੀਆਂ ਹਨ ਉਹਦੇ ਲਈ ਵੀ ਅਸੀਂ ਰੂਲਸ ਜਿਹੜੇ ਨੇ ਉਹ ਜਾਂ ਜਿਹੜੇ ਉਹਦੇ 'ਚ ਜਿਹੜੀਆਂ ਮੱਦਾਂ ਉਹ ਪਾਈਆਂ ਗਈਆਂ। ਇਸ ਦੀ ਵਿਕਰੀ, ਇਸ ਨੂੰ ਇੱਧਰੋਂ ਉੱਧਰ ਇੱਕ ਥਾਂ ਤੋਂ ਦੂਜੀ ਜਗ੍ਹਾ ਲਿਜਾਣਾ, ਟਰਾਂਸਪੋਰਟ, ਇੱਥੋਂ ਤੱਕ ਵੀ ਅਸੀਂ ਵਰਤੋਂ ਔਰ ਉਹਦੀ ਵਿਕਰੀ ਜੀ, ਜਿਸ ਲਈ ਅਸੀਂ ਕਿਸੇ ਕਿਸਮ ਦੀ ਵੀ ਕੋਈ ਜ਼ਹਿਰ ਦੀ ਵਿਕਰੀ ਕਰਨੀ ਹੈ, ਕਿਸੇ ਕਿਸਮ ਦੀ ਇਨਸੈਕਟੀਸਾਈਡ ਦੀ ਵਿਕਰੀ ਕਰਨੀ ਹੈ, ਕਿਹੜੀਆਂ ਗੱਲਾਂ ਦਾ ਧਿਆਨ ਦੇਣਾ ਹੈ, ਕੀ ਉਹਦੇ ਨਿਯਮ ਹਨ, ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਕੰਮ ਕਰਨਾ ਹੈ, ਇਹ ਸਾਰਾ ਕੁਝ ਇਸ ਪੱਖੋਂ ਕੀਤਾ ਗਿਆ ਤਾਂ ਕਿ ਇਹ ਸਾਡੀ ਇਹ ਜ਼ਹਿਰਾਂ ਜੋ ਹਨ, ਜੋ ਕੀੜੇ ਮਾਰ ਦਵਾਈਆਂ ਜਾਂ ਅਸੀਂ ਜੋ ਵਰਤਦੇ ਹਾਂ, ਉਹ ਸਾਡੀ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਾ ਛੱਡਣ ਔਰ ਸਾਡੇ ਵਾਯੂਮੰਡਲ, ਸਾਡੇ ਆਬੋ ਹਵਾ 'ਚ ਕਿਸੇ ਕਿਸਮ ਦਾ ਕੋਈ ਦੁਸ਼ ਪ੍ਰਭਾਵ ਜਾਂ ਮਾੜਾ ਪ੍ਰਭਾਵ ਜੀ ਉਹ ਨਾ ਮਿਲੇ। ਬਿਲਕੁਲ ਡਾਕਟਰ ਸਾਹਿਬ, ਇਸ ਵਿੱਚ ਤੇ ਆਪਾਂ ਨੂੰ ਕੋਈ ਸ਼ੱਕ ਨਹੀਂ ਕਿ ਸਾਡੇ ਕਿਸਾਨ ਵੀਰ ਵੀ ਜਾਣਦੇ ਆ ਕਿ ਅਗਰ ਇਹਨਾਂ ਜ਼ਹਿਰਾਂ ਦੀ, ਜਿਨ੍ਹਾਂ ਵਿੱਚ ਖਾਦਾਂ, ਦਵਾਈਆਂ ਜਾਂ ਕੋਈ ਵੀ ਐਸੇ ਚੀਜ਼ਾਂ ਨੇ ਜਿਹੜੀਆਂ ਕੈਮੀਕਲ ਵਰਤੇ ਜਾਂਦੇ ਆ, ਅਗਰ ਉਹਨਾਂ ਨੂੰ ਆਪਾਂ ਸਹੀ ਤਰੀਕੇ ਨਾਲ ਵਰਤੋਂ ਸਹੀ ਸਮੇਂ ਸਿਰ ਨਾ ਕਰਾਂਗੇ ਤੇ ਇਹਨਾਂ ਦਾ ਮਾੜਾ ਅਸਰ ਵਾਤਾਵਰਨ 'ਤੇ ਵੀ ਪੈਂਦਾ, ਫਸਲਾਂ 'ਤੇ ਵੀ ਪੈਂਦਾ, ਇਨਸਾਨੀ ਜਾਨ 'ਤੇ ਵੀ ਪੈਂਦਾ। ਇਹ ਤਾਂ ਤੁਸੀਂ ਬਿਲਕੁਲ ਸਹੀ ਦੱਸਿਆ। ਪਰ ਡਾਕਟਰ ਸਾਹਿਬ, ਜੇ ਅਸੀਂ ਹੁਣ ਐਕਟ ਦੀ ਗੱਲ ਕਰੀਏ, ਕੁਆਲਿਟੀ ਕੰਟਰੋਲ ਦੀ ਗੱਲ ਕਰੀਏ, ਵਿਭਾਗ ਵੱਲੋਂ ਕਿਹੜੇ ਕੁਆਲਿਟੀ ਕੰਟਰੋਲ ਐਕਟ ਨੇ, ਕਿਹੜੀਆਂ ਚੀਜ਼ਾਂ ਉੱਤੇ ਐਸੇ ਲਾਗੂ ਕੀਤੇ ਜਾ ਰਹੇ ਤਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਸਕੇ? ਦੇਖੋ, ਖੇਤੀਬਾੜੀ ਵਿਭਾਗ ਜਿਹੜਾ ਹੈ ਉਹ ਬਕਾਇਦਾ ਜਿੰਨੇ ਵੀ ਸਾਡੀ ਇਨਪੁਟਸ ਜੋ ਵੀ ਵਰਤਦੇ ਹਾਂ ਉਹਦੇ ਲਈ ਅਲੱਗ-ਅਲੱਗ ਜਿਹੜੇ ਨਿਯਮ ਬਣੇ ਹੋਏ ਹਨ, ਅਲੱਗ-ਅਲੱਗ ਕਾਨੂੰਨ ਹਨ। ਜਿਸ ਤਰ੍ਹਾਂ ਸਾਰੇ ਤੋਂ ਪਹਿਲੇ ਜੇ ਅਸੀਂ ਜ਼ਹਿਰਾਂ ਦੀ ਗੱਲ ਕਰ ਰਹੇ ਹਾਂ ਤਾਂ ਜ਼ਹਿਰਾਂ ਲਈ ਮੈਂ ਜਿੱਦਾਂ ਦੱਸਿਆ ਵੀ ਇਨਸੈਕਟੀਸਾਈਡ ਐਕਟ ਜਿਹੜਾ ਹੈ 1968 'ਚ ਬਣਿਆ। ਇਸ ਦੇ ਨਾਲ ਹੀ ਇਨਸੈਕਟੀਸਾਈਡ ਰੂਲਸ ਜਿਹੜੇ ਨਿਯਮ ਉਹ 1971 'ਚ ਤਿਆਰ ਹੋਏ। ਇਸੇ ਤਰ੍ਹਾਂ ਸੀਡ ਐਕਟ ਜਿਹੜਾ ਹੈ, ਜਿਹਦੇ 'ਤੇ ਅਸੀਂ ਜੋ ਵੀ ਬੀਜ ਖਰੀਦਦੇ ਹਾਂ, ਬੀਜ ਦੀ ਜਿਹੜੀ ਵਰਤੋਂ ਕਰਦੇ ਹਾਂ, ਬੀਜ ਦਾ ਠੀਕ ਕਿਸਮ ਦਾ ਬੀਜ ਹੋਏ, ਠੀਕ ਹੈ ਨਾ ਜੀ, ਉਹ ਸੀਡ ਐਕਟ ਜਿਹੜਾ ਹੈ ਉਹ ਸਾਡਾ ਜਿਹੜਾ ਹੈ 1900 ਜਿਹੜਾ ਸਾਡਾ 66 'ਚ ਬਣਿਆ। ਔਰ ਇਸੇ ਤਰ੍ਹਾਂ ਸੀਡ ਰੂਲਸ ਸਾਡੇ 1968 'ਚ ਬਣੇ।
ਤੇ ਮੁੜ ਕੇ ਸੀਡ ਕੰਟਰੋਲ ਆਰਡਰ ਉਹ 1973 ਚ ਬਣਿਆ। ਇਸੇ ਤਰ੍ਹਾਂ ਜੇ ਅਸੀਂ ਇਹ ਦੇਖੋ ਵੀ ਬਾਹਰੋਂ ਜਿਸਲੇ ਸੀਡ ਲਿਆਉਂਦੇ ਹਾਂ ਬਾਹਰਲੇ ਰਾਜਾਂ ਚੋਂ ਲਿਆਉਂਦੇ, ਬਾਹਰਲੇ ਕੰਟਰੀ ਚੋਂ ਲਿਆਉਂਦੇ ਹਾਂ ਜਾਂ ਕੋਈ ਪੌਦੇ ਲਿਆਉਂਦੇ ਹਾਂ, ਉਹਦੇ ਲਈ ਇੰਪੋਰਟ ਆਰਡਰ ਸਾਡਾ ਬਾਹਰੋਂ ਚੀਜ਼ਾਂ ਮੰਗਾਉਣ ਲਈ ਇੱਕ ਆਰਡਰ 1999 ਚ ਖਾਸ ਤੌਰ ਤੇ ਉਸ ਪੱਖੋਂ ਬਣਿਆ। ਸੋ ਜਿਹੜੀ ਸੀਡ ਨੈਸ਼ਨਲ ਪਾਲਿਸੀ ਸਾਡੀ ਹੈ, ਨੈਸ਼ਨਲ ਸੀਡ ਪਾਲਿਸੀ 2002 ਚ ਉਹ ਬਣੀ। ਮਤਲਬ ਇਹ ਸਾਰੇ ਪੱਖ ਇਹਦੇ ਚ ਮਤਲਬ ਇਹੀ ਹੈ ਵੀ ਸਾਨੂੰ ਹਰ ਚੀਜ਼ ਜਿਹੜੀ ਹੈ ਉਹ ਮਿਆਰੀ ਮਿਲੇ। ਇਸੇ ਤਰ੍ਹਾਂ ਖਾਦਾਂ ਦੀ ਵਰਤੋਂ ਲਈ ਸਾਡਾ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਚ ਬਣਿਆ। ਇਹਦੇ ਨਾਲ ਹੀ ਅਸੀਂ ਜਿਹੜੇ ਫਰਟੀਲਾਈਜ਼ਰ ਮੂਵਮੈਂਟ ਆਰਡਰ ਜਿਹੜਾ ਅਸੀਂ ਫਰਟੀਲਾਈਜ਼ਰ ਦੀ ਮੂਵਮੈਂਟ ਪੇ ਤਾਂ ਕਿ ਸਾਰੇ ਜਿਹੜੀ ਫਰਟੀਲਾਈਜ਼ਰ ਜਾਂ ਖਾਦ ਹੈ ਜੋ ਵੀ ਤੱਤ ਹਨ ਪੂਰੇ ਦੇਸ਼ 'ਚ ਉਹਨਾਂ ਦਾ ਵੰਡ ਠੀਕ ਢੰਗ ਨਾਲ ਹੋ ਸਕੇ, ਹਰ ਜਗ੍ਹਾ ਲੋੜ ਮੁਤਾਬਕ ਪਹੁੰਚਣ, ਉਹ ਜਿਹੜੇ 1973 ਚ ਬਣ ਗਏ ਸਨ। ਇਸੇ ਤਰ੍ਹਾਂ ਹੁਣ ਜਿਹੜਾ ਹੈ ਫਰਟੀਲਾਈਜ਼ਰ ਜਿਹੜਾ ਅਮੈਂਡਮੈਂਟ ਆਰਡਰ ਹੈ ਇੱਕ ਫਰਟੀਲਾਈਜ਼ਰ ਜਿਹੜਾ ਕੰਟਰੋਲ ਆਰਡਰ ਅਮੈਂਡਮੈਂਟ 2014 ਚ ਹੋਈ ਹੈ, ਜਿਹਦੇ 'ਚ ਹੁਣ ਜੋੜਿਆ ਗਿਆ ਹੈ ਸਾਡੀ ਜੈਵਿਕ ਖਾਦਾਂ ਔਰ ਜਿਹੜੀ ਸਾਡੇ ਦੂਸਰੇ ਖਾਦਾਂ ਹਨ ਉਹਨਾਂ ਦੀ ਵਰਤੋਂ ਲਈ ਉਹ ਹੁਣ 2014 ਚ ਸਾਡੀ ਅਮੈਂਡਮੈਂਟ ਵੀ ਫਰਟੀਲਾਈਜ਼ਰ ਕੰਟਰੋਲ ਮਤਲਬ ਆਪਾਂ ਕਿਸਾਨ ਵੀਰੋ ਕਹਿ ਸਕਦੇ ਹਾਂ ਕਿ ਇਹਨਾਂ ਚੀਜ਼ਾਂ ਦੀ ਸਾਰੀ ਵਰਤੋਂ ਕੰਟਰੋਲ ਕਰਨ ਵਾਸਤੇ ਹੀ ਆਪਾਂ ਆਪਣੇ ਇਸ ਚੀਜ਼ ਸਰਕਾਰ ਕਾਫੀ ਸੰਜੀਦਗੀ ਚੱਲ ਰਹੀ ਹੈ। ਔਰ ਡਾਕਟਰ ਸਾਹਿਬ ਜਦੋਂ ਅਸੀਂ ਔਰ ਕਿਸਾਨ ਵੀ ਇੱਕ ਫੋਨ ਲਾਈਨ ਤੇ ਜੁੜ ਰਹੇ, ਡਾਕਟਰ ਸਾਹਿਬ ਪਹਿਲਾਂ ਇਹਨਾਂ ਦਾ ਸਵਾਲ ਲੈ ਲਈਏ। ਬਿਲਕੁਲ ਜੀ। ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸੋ। ਹਾਂਜੀ ਹਾਂਜੀ ਤੁਹਾਡਾ ਸਵਾਗਤ ਹੈ ਰਵਿੰਦਰ ਸਿੰਘ ਜੀ, ਆਪਣਾ ਸਵਾਲ ਪੁੱਛੋ। ਹਾਂਜੀ ਅਸੀਂ ਆਰਗੈਨਿਕ ਖੇਤੀ ਕਰ ਰਹੇ ਜੀ, ਅੱਧਾ ਕਿੱਲਾ ਜੀ। ਉਹਦੇ ਅਸੀਂ ਵਿਕਰੀ ਕਿੱਥੇ ਕਰੀ ਸਾਨੂੰ ਕਿਸੇ ਦਾਰੇ ਤੋਂ ਨਹੀਂ ਪਤਾ ਲੱਗਦਾ ਜਾਂ ਕਿਹਦੇ ਕੋਲ ਜਾਈਏ ਜੀ। ਜੀ ਬਿਲਕੁਲ ਡਾਕਟਰ ਸਾਹਿਬ ਆਰਗੈਨਿਕ ਖੇਤੀ ਕਰ ਰਹੇ ਆ, ਉਸ ਕਿੱਥੇ ਆਪਣੇ ਅੱਗੋਂ ਵਿਕਰੀ ਕਰਨ? ਦੇਖੋ ਜੈਵਿਕ ਖੇਤੀ ਹੈ, ਇਹ ਤਾਂ ਇੰਨਾ ਵਧੀਆ ਕੰਮ ਕਰ ਰਹੇ ਹਨ ਵੀ ਅਸੀਂ ਲੋੜ ਹੈ ਵਿਭਾਗ ਵੱਲੋਂ ਵੀ ਇਹ ਕਿਸਾਨਾਂ ਨੂੰ ਜਿਹੜਾ ਇਹ ਸੁਨੇਹਾ ਦਿੱਤਾ ਜਾਂਦਾ ਹੈ ਵੀ ਆਪਣੀ ਖੇਤੀ ਵਿੱਚ ਜਿਹੜੀ ਤੁਹਾਡੀ ਜ਼ਹਿਰਾਂ ਦੀ ਵਰਤੋਂ ਹੈ ਉਹਨੂੰ ਘਟਾਓ ਔਰ ਆਪਣੀ ਖੇਤੀ ਨੂੰ ਆਰਗੈਨਿਕ ਜੈਵਿਕ ਕਰਕੇ ਅਸੀਂ ਜਿਹਦੇ 'ਚ ਰੂੜੀ ਦੀ ਖਾਦ ਉਹ ਵਰਤ ਕੇ ਅਸੀਂ ਪੈਦਾ ਕਰੀਏ ਜਾਂ ਜਿੰਨੇ ਸਾਡੇ ਜੈਵਿਕ ਖਾਦਾਂ ਹਨ, ਰਿਜ਼ੋਬੀਅਮ ਕਲਚਰ ਹੈ, ਜ਼ੋਟੋਬੈਕਟਰ ਹੈ, ਇਹਨਾਂ ਦੀ ਵਰਤੋਂ ਕਰਕੇ ਅਸੀਂ ਆਪਣੀ ਜਿਹੜੀ ਹੈ ਜ਼ਮੀਨ ਦੀ ਜਿਹੜੀ ਤਾਕਤ ਹੈ, ਜ਼ਮੀਨ ਦੀ ਫਰਟੀਲਿਟੀ ਲੈਵਲ ਹੈ, ਉਹਨੂੰ ਮੇਨਟੇਨ ਕਰਦੇ ਹੋਏ ਚੰਗਾ ਝਾੜ ਵੀ ਲੈ ਸਕਦੇ ਹਾਂ। ਸੋ ਇਹਦੀ ਵਿਕਰੀ ਵੇਲੇ ਜੇ ਜੋ ਗੱਲ ਕਹਿੰਦੇ ਆ, ਕਿਸਾਨਾਂ ਨੂੰ ਇਹਨਾਂ ਨੂੰ ਚਾਹੀਦਾ ਹੈ ਆਪਣੀ ਇਹਦੇ ਬਾਰੇ ਬਾਕੀ ਕਿਸਾਨਾਂ ਦੀ ਜਾਣਕਾਰੀ ਲਿਆਉਣ ਜੀ। ਤੇ ਇਹ ਜਿਹੜੀ ਬਿਨਾਂ ਜ਼ਹਿਰਾਂ ਤੋਂ ਬਿਨਾਂ ਜਿਹੜੀਆਂ ਸਪਰੇਆਂ ਤੋਂ ਜਿਹੜੀ ਸਬਜ਼ੀ ਤਿਆਰ ਕੀਤੀ ਹੈ ਜਾਂ ਅਨਾਜ ਜੋ ਹੈ ਉਹ ਵੱਧ ਰੇਟ ਤੇ ਬਾਕੀ ਵਰਤੋਂ ਕਰਨ ਵਾਲੇ ਉਪਭੋਗਤਾ ਉਹ ਇਹਨਾਂ ਦੇ ਘਰੋਂ ਹੀ ਲੈ ਜਾਣਗੇ। ਬਿਲਕੁਲ ਹਰਵਿੰਦਰ ਸਿੰਘ ਜੀ, ਮੈਂ ਤੇ ਇਹ ਕਹੂੰਗਾ ਕਿ ਤੁਸੀਂ ਮਨੁੱਖਤਾ ਦਾ ਭਲਾ ਕਰ ਰਹੇ ਹੋ। ਬਿਲਕੁਲ ਕਿ ਅਗਰ ਠੀਕ ਹੈ ਕਿ ਜਿਹੜੀ ਚੀਜ਼ ਆਪਾਂ ਕੁਆਲਿਟੀ ਪ੍ਰੋਡਕਸ਼ਨ ਦੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਰਗੈਨਿਕ ਪੈਦਾਵਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਸ ਨੂੰ ਵੇਚਣ ਵਿੱਚ ਥੋੜੀ ਜਿਹੀ ਮੁਸ਼ਕਲ ਤਾਂ ਆਉਂਦੀ ਹੈ ਕਿਉਂਕਿ ਪੈਦਾਵਾਰ ਥੋੜੀ ਆਪਾਂ ਕਹਿ ਸਕਦੇ ਜ਼ਰੂਰ ਆਪਣੇ ਆਲੇ ਦੁਆਲੇ ਇਲਾਕੇ 'ਚ ਦੱਸਣਾ ਚਾਹੀਦਾ ਹੈ ਵੀ ਮੈਂ ਆਹ ਚੀਜ਼ ਪੈਦਾ ਕਰ ਰਿਹਾ ਹਾਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਤੁਸੀਂ ਇਹ ਜਿਹੜੀ ਹੈ ਬਿਨਾਂ ਜ਼ਹਿਰਾਂ ਤੋਂ ਇਹ ਪੈਦਾ ਕਰ ਰਹੇ ਹੋ, ਜਿਹਦੇ ਤੁਸੀਂ ਲੋਕੀ ਖੁਦ ਇਹਨਾਂ ਕੋਲ ਲੈ ਕੇ ਜਾਣਗੇ, ਕੋਈ ਇਹੋ ਜਿਹੀ ਗੱਲ ਨਹੀਂ। ਬਿਲਕੁਲ ਰਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਵਿਕਰੀ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ ਕਿਉਂਕਿ ਹੌਲੀ ਹੌਲੀ ਸਾਡਾ ਕਿਸਾਨ ਕਾਫੀ ਔਰ ਸਾਡਾ ਜੋ ਕੰਜ਼ਿਊਮਰ ਹੈ ਉਹ ਵੀ ਜਾਗਰੂਕ ਹੁੰਦਾ ਜਾ ਰਿਹਾ ਹੈ। ਬਿਲਕੁਲ ਕੰਜ਼ਿਊਮਰ ਦੀ ਗੱਲ ਆਈ ਡਾਕਟਰ ਸਾਹਿਬ, ਜਦੋਂ ਅਸੀਂ ਖਾਦਾਂ ਦਵਾਈਆਂ ਦੀ ਵਰਤੋਂ ਦੇ ਬੀਜ ਦੀ ਗੱਲ ਕਰਦੇ ਹਾਂ ਖਰੀਦਣ, ਸਭ ਤੋਂ ਵੱਡਾ ਸਾਡਾ ਕੰਜ਼ਿਊਮਰ ਜਿਹੜਾ ਸਾਡਾ ਕਿਸਾਨ ਹੈ, ਉਹ ਕਿਸਾਨ ਵੀਰ ਨੂੰ ਜਦੋਂ ਆਪਾਂ ਪਹਿਲਾਂ ਉਹਨਾਂ ਦੀ ਗੱਲ ਕਰ ਲਈ ਕਿਸਾਨਾਂ ਦੀ ਕਿ ਜਦੋਂ ਕੋਈ ਵੀ ਖਾਦ ਜਾਂ ਦਵਾਈ ਜ਼ਹਿਰਾਂ ਦੀ ਖਰੀਦਣ ਜਾਂਦਾ ਹੈ ਉਹਨੂੰ ਕੁਆਲਿਟੀ ਕੰਟਰੋਲ ਨੂੰ ਧਿਆਨ 'ਚ ਰੱਖਦੇ ਹੋਏ ਕਿਹੜੀ ਗੱਲਾਂ ਦਾ ਪਹਿਲਾਂ ਧਿਆਨ ਰੱਖਣਾ ਚਾਹੀਦਾ? ਦੇਖੋ ਕਿਸਾਨ ਲਈ ਤਾਂ ਬੜਾ ਜ਼ਰੂਰੀ ਹੈ ਵੀ ਜਿਸ ਲਈ ਕੋਈ ਚੀਜ਼ ਖਰੀਦਣੀ ਹੈ ਵੀ ਉਹਨੂੰ ਠੀਕ ਮਿਆਰ ਦੀ ਮਿਲੇ ਜੀ। ਉਸ ਪੱਖੋਂ ਪਹਿਲਾਂ ਇਹ ਪੂਰਾ ਧਿਆਨ ਰੱਖੇ ਵੀ ਜਿਸ ਦੁਕਾਨ ਤੇ ਜਾਣਾ ਹੈ ਉਹਨੂੰ ਦੇਖੇ ਆਪਣੀ ਚੀਜ਼ ਤੇ ਵੀ ਮੇਰੀ ਇਹਦੀ ਐਕਸਪਾਇਰੀ ਡੇਟ ਕੀ ਹੈ, ਇਹ ਕਦੋਂ ਦੀ ਬਣੀ ਹੋਈ ਹੈ, ਉਹਦੇ ਤੇ ਤਰੀਕ ਬਕਾਇਦਾ ਲੇਬਲ ਤੇ ਸਾਰਾ ਕੁਝ ਲਿਖਿਆ ਹੁੰਦਾ ਜੀ। ਇਹਦੇ ਨਾਲ ਹੀ ਇੱਕ ਗੱਲ ਬਿਲਕੁਲ ਨਾ ਭੁੱਲੇ, ਕਿਸਾਨ ਆਪਣੀ ਉਸ ਜੋ ਚੀਜ਼ ਖਰੀਦੀ ਹੈ ਉਸ ਦਾ ਬਿੱਲ ਜ਼ਰੂਰ ਪ੍ਰਾਪਤ ਕਰੇ ਜੀ। ਜਿਹੜੇ ਇੱਕ ਨਿਯਮ ਬਣੇ ਹਨ, ਰੂਲ ਬਣੇ ਹਨ
ਜਿਹੜੇ ਜਿਹਦੇ 'ਚ ਇਹ ਵਿਕਰੀ ਕਰਨ ਵਾਲਾ ਇਹ ਉਹਦੀ ਜ਼ਿੰਮੇਵਾਰੀ ਬਣਦੀ ਹੈ ਵੀ ਜੋ ਵੀ ਕਿਸਾਨ ਚੀਜ਼ ਖਰੀਦੇ ਉਸ ਦਾ ਉਹ ਬਿੱਲ ਜਾਰੀ ਕਰੇ ਔਰ ਬਕਾਇਦਾ ਕਿਸਾਨ ਦੇ ਉਹ ਦਸਤਖਤ ਕਰਾਏ ਤਾਂ ਕਿ ਕੱਲ ਨੂੰ ਕਿਸਾਨ ਉਹ ਇਹ ਕਹਿ ਸਕੇ ਵੀ ਮੈਂ ਵਾਕਈ ਇਹਦੇ ਕੋਲ ਆ ਚੀਜ਼ ਲੈ ਕੇ ਗਿਆ ਜੀ। ਮਤਲਬ ਕਿਸਾਨ ਜਿਹੜਾ ਹੈ ਉਹ ਬਿੱਲ ਜ਼ਰੂਰ ਲਵੇ, ਬਿੱਲ ਜ਼ਰੂਰ ਲਵੇ। ਤੇ ਡਾਕਟਰ ਸਾਹਿਬ ਇਹ ਤੇ ਹੋ ਗਿਆ ਕਿ ਆਪਾਂ ਨੂੰ ਇਹਨਾਂ 2-3 ਗੱਲਾਂ ਜਿਹੜੀਆਂ ਤੁਸੀਂ ਦੱਸੀਆਂ ਬੜੀ ਜ਼ਰੂਰੀ, ਇਹਨਾਂ ਦਾ ਧਿਆਨ ਰੱਖਣਾ ਚਾਹੀਦਾ। ਪਰੰਤੂ ਜਦੋਂ ਆਪਾਂ ਕਈ ਵਾਰ ਉਹਨਾਂ ਕੋਲ ਤੇ ਦਵਾਈ ਲੈ ਆਏ, ਦਵਾਈ ਅਸੀਂ ਕੁਝ ਹੱਦ ਤੱਕ ਵਰਤ ਵੀ ਲਈ, ਲੇਕਿਨ ਸੁਰੱਖਿਅਤ ਵਰਤੋਂ ਦੀ ਜਦੋਂ ਗੱਲ ਆਉਂਦੀ ਹੈ ਕਿ ਜਿਹੜੀ ਦਵਾਈ ਬਚ ਗਈ ਉਹਦੀ ਸੁਰੱਖਿਅਤ ਆਪਾਂ ਉਹਨੂੰ ਸੁਰੱਖਿਅਤ ਕਿਵੇਂ ਰੱਖਣਾ, ਜਾਂ ਬਕਾਇਆ ਦਵਾਈ ਜਿਹੜੀ ਬਚੀ ਆ ਉਹਦੀ ਸੁਰੱਖਿਅਤ ਵਰਤੋਂ ਕਿਵੇਂ ਕਰਨੀ ਹੈ। ਦੇਖੋ ਡਾਕਟਰ ਸਾਹਿਬ ਸਵਾਲ ਤੇ ਮੈਂ ਤੁਹਾਨੂੰ ਕੀਤਾ, ਲੇਕਿਨ ਕਿ ਸਾਡੇ ਕਿਸਾਨ ਵੀ ਫੋਨ ਲਾਈਨ ਤੇ ਜੁੜ ਰਹੇ ਨੇ, ਪਹਿਲਾਂ ਇਹਨਾਂ ਦਾ ਸਵਾਲ ਲੈ ਲਈਏ। ਹੈਲੋ ਹਾਂ ਨੱਡਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਿਸਾਨ ਪੈਸਟੀਸਾਈਡ ਦੀ ਵਰਤੋਂ ਤਾਂ ਹਰ ਫਸਲ ਤੇ ਕੀੜੇ ਮਾਰ ਦਵਾਈ ਵਰਤਦਾ, ਪਰ ਲੀਟਰ ਤੇ ਜਾਂ ਅੱਧੇ ਲੀਟਰ ਤੇ 5 ਲੀਟਰ ਤੇ ਪੈਕਿੰਗ ਦਾ ਰੇਟ ਜ਼ਿਆਦਾ ਲਿਖਿਆ ਹੁੰਦਾ ਹੈ ਜੀ। ਜਦੋਂ ਕਿਸਾਨ ਦੁਕਾਨਦਾਰ ਤੋਂ ਖਰੀਦਦਾ ਹੈ ਤਾਂ ਰੇਟ ਉਹ 1200 ਦੀ ਬਜਾਏ 900 ਰੁਪਇਆ ਲਾਉਂਦੇ ਨੇ, ਪਰ ਕਿਸਾਨ ਨੂੰ ਉਸ ਬਾਰੇ ਨਹੀਂ ਪਤਾ ਵੀ ਇਹਦਾ ਫਿਕਸ ਰੇਟ ਕੀ ਹੈ, ਕਿੰਨੇ ਰੁਪਏ ਕਮਾ ਰਿਹਾ ਦੁਕਾਨਦਾਰ। ਜਿਸ ਤਰ੍ਹਾਂ ਫਰਟੀਲਾਈਜ਼ਰ ਤੇ ਖਾਦਾਂ ਦੇ ਬੈਗ ਤੇ ਸਹੀ ਰੇਟ ਲਿਖਿਆ ਹੁੰਦਾ ਹੈ, ਉਸੇ ਤਰ੍ਹਾਂ ਹੀ ਫਿਕਸ ਰੇਟ ਜ਼ਹਿਰਾਂ ਤੇ ਲਿਖਣਾ ਹੋਣਾ ਚਾਹੀਦਾ ਤਾਂ ਕਿ ਕਿਸਾਨ ਨੂੰ ਪਤਾ ਲੱਗੇ ਕਿ 900 ਦੇ ਪਿੱਛੇ 50 ਰੁਪਏ ਦੁਕਾਨਦਾਰ ਪ੍ਰੋਫਿਟ ਲੈ ਰਿਹਾ ਹੈ ਜਾਂ 20 ਰੁਪਏ ਲੈ ਰਿਹਾ ਹੈ। ਇਸ ਤਰ੍ਹਾਂ ਕਿਸਾਨ ਨਾਲ ਧੋਖਾ ਹੋ ਰਿਹਾ। 1200 ਲਿਖਿਆ ਹੁੰਦਾ 800 900 ਦੇ ਵਿੱਚ ਬਿੱਲ ਕਰਕੇ ਦੇ ਦਿੰਦੇ ਨੇ, ਬਿਲਕੁਲ ਉੱਪਰ 1200 ਲਿਖਿਆ ਹੁੰਦਾ, ਇਸ ਕਰਕੇ ਸਹੀ ਰੇਟ ਹੋਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ ਨੱਡਾ ਸਾਹਿਬ ਦਾ ਸਵਾਲ ਬਹੁਤ ਵਧੀਆ ਹੈ ਕਿ MRP ਤੋਂ ਰੇਟ ਘੱਟ ਮਿਲਦਾ ਤੇ ਇਹ ਤਾਂ ਫਿਕਸ ਰੇਟ ਹੋਣਾ ਚਾਹੀਦਾ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੋ ਕਾਨੂੰਨ ਹੈ, ਜਿੱਦਾਂ ਤੁਸੀਂ ਦੇਖੋ ਵੀ ਜਿਹੜੀ ਜੇ ਗੱਲ ਕਰੀਏ ਤੇ ਇਹ ਸਿੱਧੇ ਤੌਰ ਤੇ ਕਾਫੀ ਜਿਹੜੇ ਕਾਨੂੰਨ ਹਨ ਉਹ ਵੀ ਸਾਡੇ ਇਹਦੇ ਨਾਲ ਲਾਗੂ ਹੁੰਦੇ ਹਨ, ਜਿੱਦਾਂ ਸੇਲਸ ਆਫ ਗੁੱਡਸ ਐਕਟ ਹੈ, ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਜੀ, ਇਹਨਾਂ ਦਾ ਅਸੀਂ ਵੀ ਪੂਰਾ ਆਸਰਾ ਲੈ ਸਕਦੇ ਹਾਂ। ਪਰ ਇੱਕ ਜਿਹੜੀ ਖਾਸ ਗੱਲ ਨੋਟ ਕਰਨ ਵਾਲੀ ਹੈ ਵੀ ਜੋ ਇਹ ਕਹਿੰਦੇ ਲਿਖਿਆ ਹੈ ਉਹਦੇ ਨਾਲ ਘੱਟ ਰੇਟ ਤੇ ਮਿਲਦਾ। ਹਾਂ ਕੰਪੀਟੀਸ਼ਨ ਦੇ ਵੀ ਤੇ ਹੈ ਇਹ ਕੰਪੀਟੀਸ਼ਨ ਦਾ ਅਸਰ ਹੈ ਜੀ। ਵੀ ਦੇਖੋ ਕਈ ਕੰਪਨੀਆਂ ਉਸ ਦਵਾਈ ਨੂੰ ਤਿਆਰ ਕਰਦੀਆਂ ਹਨ ਜਾਂ ਉਸ ਚੀਜ਼ ਨੂੰ ਤਿਆਰ ਕਰਦੀਆਂ ਹਨ ਤੇ ਇੱਕ ਦੂਜੇ ਦੇ ਕੰਪੀਟੀਸ਼ਨ 'ਚ ਉਹ ਉਸ ਦੀ ਜਿਹੜੀ ਰੇਟ ਹੈ ਉਹ ਉਹਨੂੰ ਘੱਟ ਤੋਂ ਘੱਟ ਵੇਚਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਕਿ ਜ਼ਿਆਦਾ ਉਹਨਾਂ ਦੀ ਵਿਕਰੀ ਹੋ ਸਕੇ ਜੀ। ਮਤਲਬ ਆਪਾਂ ਕਹਿ ਸਕਦੇ ਹਾਂ ਇਹ ਦੇਖਣਾ ਚਾਹੀਦਾ ਜੋ ਕਾਨੂੰਨ ਹੈ, ਕਾਨੂੰਨ ਜੋ ਰੇਟ ਲਿਖਿਆ ਹੈ ਉਹਦੇ ਤੋਂ ਵੱਧ ਨਹੀਂ ਕੋਈ ਵੇਚ ਸਕਦਾ। ਬਿਲਕੁਲ ਨੱਡਾ ਸਾਹਿਬ ਘੱਟ ਤੇ ਅਸੀਂ ਕੰਪੀਟੀਸ਼ਨ ਕ੍ਰੀਏਟ ਕਰਨ ਦਾ ਭਾਵ ਹੀ ਇਹੀ ਹੈ ਵੀ ਉਹ ਸਸਤੀ ਚੀਜ਼ ਜ਼ਿਮੀਂਦਾਰ ਤੱਕ ਪਹੁੰਚ ਸਕੇ। ਬਿਲਕੁਲ ਨੱਡਾ ਸਾਹਿਬ ਇਸ ਵਿੱਚ ਤੇ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਰੇਟ ਘੱਟ ਤੇ ਮਿਲਦੀ ਹੈ, ਔਰ ਅਗਰ ਵੱਧ ਮਿਲਦੀ ਹੈ ਤੇ ਜਿਸ ਤਰ੍ਹਾਂ ਹਰੀ ਸਾਹਿਬ ਨੇ ਕਿਹਾ ਕਿ ਵੱਧ ਮਿਲਦੀ ਹੈ ਤਾਂ ਕੰਪਲੇਂਟ ਜ਼ਰੂਰ ਕਰੋ, ਆਪਾਂ ਉਹਦਾ ਕੰਟਰੋਲ ਇਹ ਡਾਕਟਰ ਸਾਹਿਬ ਜ਼ਰੂਰ ਤੁਹਾਡੇ ਸਹਾਈ ਹੋਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਗੱਲ ਕਰ ਰਹੇ ਸੀ ਕਿ ਕਿਸਾਨ ਵੀਰ ਜਿਹੜੀ ਦਵਾਈ ਲੈ ਗਏ ਉਹਨਾਂ ਦੀ ਸੁਰੱਖਿਅਤ ਵਰਤੋਂ ਕਿਵੇਂ ਕਰੇ, ਜਾਂ ਮਤਲਬ ਜਿਹੜੀ ਬਚ ਗਈ ਦਵਾਈ ਉਸ ਨੂੰ ਕਿੱਦਾਂ ਰੱਖੇ ਜਾਂ ਉਹਦੀ ਵਰਤੋਂ ਕਿਵੇਂ ਕਰੇ? ਦੇਖੋ ਜ਼ਹਿਰਾਂ ਇਹ ਦਵਾਈਆਂ ਇਨਸੈਕਟੀਸਾਈਡਸ ਕੀੜੇ ਮਾਰ ਦਵਾਈਆਂ ਜਿਨ੍ਹਾਂ ਨੇ ਕੀੜਿਆਂ ਨੂੰ ਸਾਡੇ ਜਿਹੜੇ ਨੁਕਸਾਨ ਕਰਨ ਵਾਲੇ ਕੀੜੇ ਹਨ ਉਹਨਾਂ ਨੂੰ ਮਾਰਨਾ ਹੈ। ਔਰ ਪਹਿਲੇ ਤਾਂ ਦਵਾਈ ਦੀ ਵਰਤੋਂ ਵੇਲੇ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ, ਆਪਣੇ ਖੇਤ ਵਿੱਚ ਮਿੱਤਰ ਕੀੜਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪਹਿਲੇ ਤਾਂ ਇਹ ਗੱਲਾਂ ਇਹ ਵੀ ਵਿਚਾਰਨਯੋਗ ਹਨ ਵੀ ਕੁਦਰਤ ਵੱਲੋਂ ਕਾਫੀ ਜਿਹੜੇ ਸਾਡੇ ਮਿੱਤਰ ਕੀੜੇ ਹਨ ਜਿਹੜੇ ਸਾਡੇ ਦੁਸ਼ਮਣ ਕੀੜਿਆਂ ਨੂੰ ਖਾਂਦੇ ਹਨ ਜੀ, ਉਹਨਾਂ ਵੱਲ ਧਿਆਨ ਕਰਕੇ ਜਿੱਦਾਂ ਮੱਕੜੀਆਂ ਹਨ ਹਾਂਜੀ, ਇਹ ਉਹਨਾਂ ਦਾ ਧਿਆਨ ਇਹਨਾਂ ਕੀੜਿਆਂ ਦਾ ਧਿਆਨ ਕਰਦਿਆਂ ਹੋਇਆਂ ਫਿਰ ਪਹਿਲੇ ਤਾਂ ਦਵਾਈ ਦੀ ਵਰਤੋਂ ਕਰੀਏ। ਫਿਰ ਦਵਾਈ ਦੀ ਵਰਤੋਂ ਕਰਨ ਵੇਲੇ ਇਹ ਜ਼ਰੂਰ ਧਿਆਨ ਰੱਖੋ ਵੀ ਆਪਣੇ ਜ਼ਰੂਰ ਇਸ ਢੰਗ ਨਾਲ ਵਰਤੋਂ ਕਰੋ, ਹਵਾ ਦੇ ਰੁਖ ਦਾ ਧਿਆਨ ਕਰੋ, ਹਵਾ ਦੇ ਰੁਖ ਵੱਲ ਸਪਰੇਅ ਕਰੋ ਤਾਂ ਕਿ ਤੁਹਾਡੇ ਵੱਲੋਂ ਹਵਾ ਆ ਕੇ ਤੁਹਾਨੂੰ ਨੁਕਸਾਨ ਨਾ ਕਰੇ। ਇਹ ਜ਼ਰੂਰ ਧਿਆਨ ਰੱਖੋ ਤੁਹਾਡੇ ਸਰੀਰ ਤੇ ਕੋਈ ਜ਼ਖਮ ਵਗੈਰਾ ਨਾ ਹੋਣ ਜਿਸ ਕਰਕੇ ਉਹਦਾ ਦਵਾਈ ਦਾ ਕੋਈ ਨੁਕਸਾਨ ਨਾ ਸਰੀਰ ਤੇ ਹੋਏ। ਉਹ ਤੋਂ ਇਲਾਵਾ ਤੁਸੀਂ ਸਪਰੇਅ ਕਰਨ ਵੇਲੇ ਧਿਆਨ 'ਚ ਰੱਖਣ ਤੋਂ ਬਾਅਦ ਜਿਸ ਵੇਲੇ ਦਵਾਈ ਬਚਦੀ ਹੈ ਉਹਨੂੰ ਘਰ ਲੈ ਕੇ ਘਰ ਕੇ ਰੱਖਦੇ ਹੋ, ਉਹਨੂੰ ਇਹੋ ਜਿਹੀ ਜਗ੍ਹਾ ਤੇ ਰੱਖੋ ਜਿਹੜੀ ਬੱਚਿਆਂ ਦੀ ਪਹੁੰਚ ਤੋਂ ਦੂਰ ਹੋਏ। ਬਿਲਕੁਲ ਡਾਕਟਰ ਸਾਹਿਬ 2-3 ਪੁਆਇੰਟ ਤੇ ਤੁਹਾਡੇ ਹਾਂ, ਔਰ ਖਾਸ ਕਰਕੇ ਵੀ ਜੇ ਤੁਹਾਡਾ ਡੱਬਾ ਵੀ ਖਾਲੀ ਹੁੰਦਾ ਹੈ ਤੇ ਉਹਨੂੰ ਕਿਤੇ ਦਬਾ ਦਿਓ ਜੀ, ਉਹਨੂੰ ਨਸ਼ਟ ਕਰ ਦਿਓ। ਬਿਲਕੁਲ ਡਾਕਟਰ ਸਾਹਿਬ ਸਾਡੇ ਕਿਸਾਨ ਵੀ ਜੁੜ ਰਹੇ ਨੇ, ਕਾਫੀ ਦੇਰ ਤੋਂ ਕੋਸ਼ਿਸ਼ ਕਰ ਰਹੇ ਨੇ, ਪਹਿਲਾਂ ਇਹਨਾਂ ਦਾ ਸਵਾਲ ਲੈ ਲਈਏ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂ ਆਪਣਾ ਸਵਾਲ ਪੁੱਛੋ। ਹਾਂਜੀ ਮੈਂ ਬਲਜੀਤ ਸਿੰਘ ਬੋਲ ਰਿਹਾ। ਹਾਂਜੀ ਹਾਂਜੀ ਬਲਜੀਤ ਜੀ ਜੀ। ਹਾਂਜੀ ਸਰ ਜੀ ਮੈਂ ਦੱਸਣਾ ਚਾਹੁੰਦਾ ਸੀ ਮੈਂ ਕਣਕ ਬੀਜੀ ਹੈ ਕਿ HD 386 ਜੀ। ਹਾਂਜੀ ਸਰ ਜੀ ਮੈਂ ਬਿਲਕੁਲ 1 ਕਿਲੋ ਵੀ ਯੂਰੀਆ ਖਾਦ ਨਹੀਂ ਪਾਈ। ਹਾਂ ਸਵਾਲ ਬੋਲੀ ਜਾਓ। ਕੋਈ ਵਾਜਬ ਰੇਟ ਜਾਂ ਕਿਤੇ ਮੈਂ ਉਹਦੀ ਲੈਬੋਰਟਰੀ ਦੇ ਟੈਸਟ ਕਰਾ ਕੇ ਉਹਨੂੰ ਵੇਚਣਾ ਚਾਹੁੰਦਾ ਪੂਰੇ ਰੇਟ ਤੇ ਜੀ ਮੇਰੀ ਕੀ ਹੈ ਨਹੀਂ ਉਹਦਾ ਜੀ। ਤੇ
ਬਲਜੀਤ ਸਿੰਘ ਹੋਣਾ ਦਾ ਮਤਲਬ ਹੈ ਕਿ ਕਿੱਥੇ ਲੈਬੋਰਟਰੀ ਟੈਸਟ ਕਰਾ ਕੇ ਇੱਕ ਪ੍ਰੂਫ ਦੇ ਸਕਣ ਦੇਖੋ ਸਾਰੇ ਇਹਨਾਂ ਨੇ ਲੋਕਾਂ ਨੂੰ। ਹਾਂ ਇਹਨਾਂ ਨੇ ਦੇਖੋ ਵੀ ਇੱਕ ਕਿੱਡੀ ਵਧੀਆ ਕਹਿੰਦੇ ਵੀ ਮੈਂ ਬਿਲਕੁਲ ਖਾਦ ਨਹੀਂ ਪਾਈ। ਇਹਨਾਂ ਨੇ ਆਪਣੀ ਜਿਹੜੀ ਜ਼ਮੀਨ ਦਾ ਇਹ ਉਪਜਾਊ ਲੈਵਲ ਹੈ ਮਿਆਰੀ ਜਿਹੜਾ ਉਹ ਸਾਂਭਿਆ ਹੋਇਆ ਜੀ। ਇਹਨਾਂ ਨੇ ਰੂੜੀ ਖਾਦ ਦੀ ਵਰਤੋਂ ਜੰਤਰ ਵਗੈਰਾ ਜਾਂ ਕੋਈ ਇਸ ਢੰਗ ਨਾਲ ਉਹ ਤਰੀਕੇ ਅਪਣਾ ਕੇ ਜਿਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਸੰਭਲੀ ਰਹੇ, ਉਹ ਇਹਨਾਂ ਨੇ ਪੂਰੇ ਤਰੀਕੇ ਅਪਣਾਏ ਹੋਣਗੇ ਜ਼ਰੂਰ। ਔਰ ਜਿਸ ਕਰਕੇ ਜੇ ਕਹਿੰਦੇ ਆ ਵੀ ਮੇਰੀ ਫਸਲ ਵੀ ਇਹਨਾਂ ਦੀ ਅੱਛੀ ਹੈ ਔਰ ਬੜੀ ਇਹ ਖੁਸ਼ੀ ਦੀ ਗੱਲ ਹੈ। ਔਰ ਜੇਕਰ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਤਾਂ ਆਪਣੀ ਜ਼ਮੀਨ ਦੀ ਉਪਜਾਊ ਜਿਹੜੇ ਜਿੰਨੇ ਤੱਤ ਹਨ ਉਹ ਅਸੀਂ ਜਿਹੜੇ ਆਰਗੈਨਿਕ ਪੱਖੋਂ ਪੂਰੇ ਰੱਖੀਏ ਤੇ ਸਾਨੂੰ ਕਈ ਵਾਰ ਲੋੜ ਨਹੀਂ ਪੈਂਦੀ ਕਰਕੇ। ਪਰ ਇਹਨਾਂ ਨੂੰ ਇੱਕ ਗੱਲ ਦਾ ਜ਼ਰੂਰ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਵੀ ਆਪਣੀ ਜ਼ਮੀਨ ਦੀ ਪਰਖ ਜ਼ਰੂਰ ਕਰਾਉਂਦੇ ਰਹਿਣ। ਮਿੱਟੀ ਦੀ ਪਰਖ ਜਿਹੜੀ ਹੈ ਉਹਦੀ ਸਹੂਲਤ ਵਿਭਾਗ ਵੱਲੋਂ ਫ੍ਰੀ ਦਿੱਤੀ ਜਾ ਰਹੀ ਹੈ ਔਰ ਉਹ ਮਿੱਟੀ ਦੀ ਪਰਖ ਕਰਵਾ ਕੇ ਉਹਦੀ ਲੋੜ ਅਨੁਸਾਰ ਖਾਦਾਂ ਦੀ ਜਿਹੜੀ ਵਰਤੋਂ ਹੈ ਉਹ ਅਸੀਂ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਲੋੜ ਤੋਂ ਵੱਧ ਵੀ ਜੇ ਅਸੀਂ ਚਾਹੇ ਜ਼ਹਿਰ ਵਰਤੀਏ ਚਾਹੇ ਆ ਖਾਦਾਂ ਵਰਤੀਏ ਉਹਦਾ ਵੀ ਸਾਡੇ ਨੁਕਸਾਨ ਹੁੰਦਾ ਹੈ। ਔਰ ਉਸ ਲੋੜ ਤੋਂ ਵੱਧ ਜਿਹੜੀ ਖਾਦ ਹੈ ਉਹ ਜਾ ਕੇ ਪਾਣੀ 'ਚ ਮਿਕਸ ਹੋ ਕੇ ਜਿਸ ਲਈ ਅਸੀਂ ਉਸ ਪਾਣੀ ਦੀ ਵਰਤੋਂ ਕਰਦੇ ਹਾਂ ਤਾਂ ਕਈ ਕਿਸਮ ਦੀ ਸਾਡੇ ਸਰੀਰ 'ਚ ਬਿਮਾਰੀਆਂ ਦਾ ਵੀ ਉਹ ਕਾਰਨ ਬਣਦਾ। ਬਿਲਕੁਲ ਬਲਜੀਤ ਸਿੰਘ ਜੀ, ਯਕੀਨ ਕਰੋ ਜਿਸ ਤਰ੍ਹਾਂ ਤੁਸੀਂ ਕਿਹਾ ਉਸ ਤਰ੍ਹਾਂ ਬਿਲਕੁਲ ਚੰਗੀ ਪੈਦਾਵਾਰ ਹੀ ਹੋਏਗੀ ਔਰ ਚੰਗੇ ਰੇਟ ਤੇ ਤੁਹਾਨੂੰ ਵਿਕੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਅਸੀਂ ਕਿਸ ਤਰ੍ਹਾਂ ਮਤਲਬ ਜ਼ਿਮੀਂਦਾਰਾਂ ਨੂੰ ਖਾਦਾਂ ਖਰੀਦਣੀਆਂ ਚਾਹੀਦੀਆਂ ਨੇ, ਕਿਹੜੇ ਧਿਆਨ ਰੱਖਣੇ ਚਾਹੀਦੇ ਆ। ਇੱਦਾਂ ਹੀ ਵਪਾਰੀ ਵਰਗ ਨੂੰ ਵੇਚਣ ਲੱਗਿਆ ਕਿਹੜੀ ਕੰਡੀਸ਼ਨਾਂ ਨੇ, ਤੁਹਾਡੇ ਡਿਪਾਰਟਮੈਂਟ ਵੱਲੋਂ ਵੀ ਜਿਹੜੇ ਕਾਨੂੰਨ ਬਣਾਏ ਗਏ। ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਇਹਨਾਂ ਨੂੰ ਪੂਰੀ ਤਰ੍ਹਾਂ ਧਿਆਨ ਨਾਲ ਸਮਝਣਗੇ ਔਰ ਅੱਗੇ ਤੋਂ ਪੂਰਾ ਖਿਆਲ ਰੱਖਣਗੇ, ਤਾਂ ਹੀ ਆਪਾਂ ਕੁਆਲਿਟੀ ਕੰਟਰੋਲ ਲੈ ਕੇ ਚੰਗੀ ਪੈਦਾਵਾਰ ਤੇ ਚੰਗੀ ਕੁਆਲਿਟੀ ਦੀ ਪੈਦਾਵਾਰ ਲੈ ਸਕਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।